ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ, ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे वालों भी आप जी सारे श्रोतियां ते दर्शकों ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਨਫਿਊਜ਼ਡ ਜਦੋਂ ਅਸੀਂ ਆਪਣੇ ਧਾਰਮਿਕ ਆਗੂਆਂ ਨੂੰ ਸੁਣਦੇ ਹਾਂ ਜਾਂ ਧਾਰਮਿਕ ਆਗੂਆਂ ਦੇ ਕਈਆਂ ਗੱਲਾਂ ਹੋਣੀਆਂ ਨੂੰ ਪੜ੍ਹਦੇ ਹਾਂ ਤਾਂ ਅਸੀਂ ਬਹੁਤ ਸਾਰੇ ਕਨਫਿਊਜ਼ਡ ਹੋ ਜਾਂਦੇ ਹਾਂ। ਪਿਛਲੇ ਦਿਨੀ ਮੈਂ ਭਾਈ ਹਰਨਾਮ ਸਿੰਘ ਧੁੰਮਾ ਸਾਹਿਬ ਧੁੰਦਾ ਸਾਹਿਬ, ਹਾਂਜੀ ਪ੍ਰੋਫੈਸਰ ਧੁੰਦਾ ਸਾਹਿਬ ਦੀ ਇੱਕ ਵੀਡੀਓ ਸੀਗੀ, ਉਹ ਦੇਖ ਰਿਹਾ ਸੀ। ਉਹਦੇ ਵਿੱਚ ਕੋਈ ਕਮੈਂਟ ਕਰ ਰਹੇ ਸਨ ਸਾਧ ਲਾਣੇ ਤੇ ਬਾਬਿਆਂ ਤੇ, ਉਹਦੇ ਵਿੱਚ ਕੁਝ ਮਨਮਤੀਆਂ ਦੀ ਗੱਲ ਕੀਤੀ ਤੇ ਉਹਦਾ ਜਵਾਬ ਦੇ ਰਹੀ ਸੀ ਸਾਬਕਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ। ਉਹਨਾਂ ਨੇ ਜਿਹੜਾ ਖਰੜਾ ਜਿਹਨੂੰ ਆਪਾਂ ਕਹਿੰਦੇ ਹਾਂ ਰਹਿਤ ਮਰਿਆਦਾ, ਉਹਨੂੰ ਸਿਰੇ ਤੋਂ ਹੀ ਕਹਿ ਦਿੱਤਾ ਕਿ ਇਹ ਪ੍ਰਵਾਨਿਤ ਹੀ ਨਹੀਂ। ਅਗਲਾ ਕੁਐਸਚਨ ਕਿਉਂਕਿ ਉਹਦੇ ਨਾਲ ਰਿਲੇਟਡ ਸੀ ਤੇ ਮੈਂ ਇਸ ਕਰਕੇ ਉਹਨੂੰ ਮਤਲਬ ਲਿੰਕ ਨਾਲ ਜੋੜਿਆ ਕਿ ਕੀ ਕਰੀਏ, ਹੁਣ ਕਿੱਥੇ ਜਾਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੈ, ਗੁਰੂ ਘਰ ਦੀ ਤਨਖਾਹ ਲੈਂਦਾ ਹੈ, ਜਿੱਥੋਂ ਲੋਕਾਂ ਨੂੰ ਉਹਨਾਂ ਨੇ ਰੋਕਣਾ ਹੈ, ਟੋਕਣਾ ਹੈ, ਮਨਾ ਕਰਨਾ ਹੈ, ਸੁਚੇਤ ਕਰਨਾ, ਉਹ ਆਪ ਹੀ ਖੁਦ ਮਨਮਤੀਆਂ ਕਰਦਾ ਫੜਿਆ। ਅਗਲੇਰੀ ਕਾਰਵਾਈ ਧਰਮ ਪ੍ਰਚਾਰ ਕਮੇਟੀ ਕਰੇਗੀ। ਹੁਣ ਧਰਮ ਪ੍ਰਚਾਰ ਕਮੇਟੀ ਬਾਰੇ ਤਾਂ ਮੇਰੇ ਵਰਗਾ ਮੋਨਾ ਕੋਨਾ ਰੋਜ਼ ਪੰਗੇ ਲੈਂਦਾ ਹੈ ਵੀ ਤੁਹਾਡੇ ਪਿੰਡਾਂ ਦੇ ਵਿੱਚ ਕਿਤੇ ਧਰਮ ਪ੍ਰਚਾਰ ਕਮੇਟੀ ਨੇ ਆ ਕੇ ਪ੍ਰਚਾਰ ਵਾਸਤੇ ਸਪੀਕਰ ਤੋਂ ਅਨਾਊਂਸਮੈਂਟ ਕੀਤੀ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਕਮੇਟੀ ਆਈ ਵੀ ਗੁਰਦੁਆਰਾ ਸਾਹਿਬ ਇਕੱਠੇ ਹੋਵੋ, ਆਓ ਧਰਮ ਦੀ ਗੱਲ ਕਰੀਏ, ਪ੍ਰਚਾਰ ਕਰੀਏ। ਅਗਲੇਰੀ ਕਾਰਵਾਈ ਧਰਮ ਪ੍ਰਚਾਰ ਕਮੇਟੀ। ਕੀ ਕਹਿਣਾ ਚਾਹੋਗੇ ਤੁਸੀਂ? ਹੁਣ ਕਿਹਨੂੰ ਸਹੀ ਮੰਨੀਏ, ਕਿਹਨੂੰ ਗਲਤ ਮੰਨੀਏ? ਪਹਿਲੀ ਗੱਲ ਤੇ ਰਹਿਤ ਮਰਿਆਦਾ ਦੀ ਆਪਾਂ ਗੱਲ ਕਰੀਏ ਤੇ ਫਿਰ ਸਾਡੀ ਰਹਿਤ ਕੋਈ ਨਹੀਂ। ਜੇ ਰਹਿਤ ਮਰਿਆਦਾ ਹੀ ਨਹੀਂ ਹੈਗੀ, ਉਹਨੂੰ ਮਾਨਤਾ ਨਹੀਂ ਦਿੰਦੇ ਸੀ, ਫਿਰ ਰਹਿਤ ਕਾਹਦੀ? ਮੈਂ ਨਹੀਂ ਕਹਿ ਰਿਹਾ, ਭਾਈ ਰਣਜੀਤ ਸਿੰਘ ਜੀ ਕਹਿ ਰਹੇ ਨੇ ਕਿ ਉਹ ਭਾਈ ਰਣਜੀਤ ਸਿੰਘ ਕਈ ਵਾਰੀ ਕਹਿ ਚੁੱਕੇ ਸੀ 7 ਸਾਲ ਉਹਦੇ ਤੇ ਰਹਿਤ ਮਰਿਆਦਾ ਉੱਤੇ ਵਿਚਾਰ ਚਰਚਾ ਹੁੰਦੀ, ਲੇਕਿਨ ਕਿਸੇ ਸਾਲ ਪਤਾ ਨਹੀਂ ਲੱਗੀ ਤੇ ਉਹ ਬੈਠ ਕੇ ਉਦਾਂ ਹੀ ਉੱਠ ਗਈ। ਲੇਕਿਨ ਉਸ ਤੋਂ ਬਾਅਦ ਸਾਡੇ SGPC ਵਾਲਿਆਂ ਨੇ ਜਿਹੜੇ ਉਹ ਖਰੜਾ ਤਿਆਰ ਕੀਤਾ ਸੀ ਉਹਨੂੰ ਅਡਾਪਟ ਕਰ ਲਿਆ ਵੀ ਸਾਡਾ ਇਹੋ ਜਿਹਾ ਕਹਿੰਦੇ। ਲੇਕਿਨ ਅਜੇ ਵੀ ਕਹਿੰਦੇ ਰਹਿਤ ਮਰਿਆਦਾ ਬਣਾਉਣ ਦੀ ਨਵੇਂ ਸਿਰੇ ਤੋਂ ਲੋੜ ਆ। ਉਹ ਬਣਾਉਣੀ ਕਿਹਦੇ ਆ? ਜਥੇਦਾਰ ਅਕਾਲ ਤਖ਼ਤ। ਤੇ ਜਦੋਂ ਭਾਈ ਰਣਜੀਤ ਸਿੰਘ ਨੇ ਕਿਹਾ ਸਾਲ ਕੇ 1.5 ਸਾਲ ਜਥੇਦਾਰ ਰਹੇ ਨੇ, ਉਹਨਾਂ ਨੇ ਇੱਕੋ ਕੰਮ ਕੀਤਾ ਸੀ ਵਿਛਕ ਸਿੱਖ ਕੌਂਸਲ ਦਾ। ਵਿਛਕ ਸਿੱਖ ਕੌਂਸਲ ਦਾ ਉਹਨਾਂ ਦਾ ਇਹ ਸੀ ਵੀ 2-4 ਸਾਲ ਲਾ ਕੇ ਤੇ ਇਹਨੂੰ ਇੱਕ ਪੈਰਲਲ ਬੋਡੀ ਖੜੀ ਕਰ ਦਿੱਤੀ ਜਾਵੇ ਤਾਂ ਕਿ SGPC ਆਪਣੀਆਂ ਮਨਮਾਨੀਆਂ ਨਾ ਕਰ। ਉਹਦੇ ਚੇਅਰਮੈਨ ਕੌਣ ਸੀ? ਜਸਟਿਸ ਕੁਲਦੀਪ ਸਿੰਘ, ਵਧੀਆ ਇਨਸਾਨ ਸੀ। ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਵਿਛੜ ਸਿੱਖ ਕੌਂਸਲ ਸੀ ਉਹ ਵਿਚਾਰੀ ਦੀ ਜਵਾਨੀ ਨੇ ਜਿਹੜੀ ਬਚਪਨ ਸੀ ਉਹ ਫਿਰ ਉੱਥੇ ਹੀ ਰੋਲ ਗਈ। ਹੁਣ ਜਿਹੜੀ ਗੱਲ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਤੇ ਆਹ ਜਿਹੜੀ ਜਥੇਰਿਆਂ ਦੀ ਪੂਜਾ ਕਰਨੀ ਜਾਂ ਇਹਨਾਂ ਦੇ ਮੁਲਾਜ਼ਮਾਂ ਵੱਲੋਂ ਮਨਮਤੀਆਂ ਕਰਨੇ ਕੋਈ ਨਵੀਂ ਕਹਾਣੀ ਨਹੀਂ। ਅੱਜ ਤੋਂ 22-23 ਸਾਲ ਪਹਿਲਾਂ ਇਹਨਾਂ ਦਾ ਇੱਕ ਇਨਫੋਰਮੇਸ਼ਨ ਆਫਿਸਰ ਜਿਹੜਾ ਸੀ ਇੱਕ ਡੇ ਦੇ ਵਿੱਚ ਜਾ ਕੇ ਪੁੱਛਣ ਇਹਦਾ ਫੜਿਆ ਗਿਆ, ਪਰ ਉਸ ਬੰਦੇ ਨੇ ਇੱਕ ਜ਼ਰੂਰ ਕੀਤੀ ਹੈ। ਉਹਨੇ ਕਿਹਾ ਜੀ ਮੇਰੀ ਰਿਜ਼ਾਈਨ ਲੈ ਜਾਓ, ਚੁੱਕੋ ਮੇਰਾ ਰਿਜ਼ਾਈਨ, ਮੈਂ ਨੌਕਰੀ ਦਾ ਕਾਬਲ ਹੀ ਨਹੀਂ ਹੈਗਾ। ਜਦੋਂ ਮੈਂ ਤੁਹਾਡੀ ਮਰਿਆਦਾ ਦੇ ਖਰੇ ਦਿੱਤਾ, ਮੇਰਾ ਰਿਜ਼ਾਈਨ ਲੈ ਜਾਓ, ਤੁਸੀਂ ਜਾਓ ਆਪਣਾ ਕੰਮ ਕਰੋ। ਬੰਦਾ ਇੰਟੈਲੀਜੈਂਟ ਸੀ, ਅੱਜ ਕੱਲ੍ਹ ਪੱਤਰਕਾਰ। ਔਰ ਉਸ ਬੰਦੇ ਨੇ ਫਿਰ ਪ੍ਰਧਾਨ ਜਿਹੜੇ ਬਡੂੰਗਰ ਸਾਹਿਬ ਨੇ ਕਿਹਾ ਤੈਨੂੰ ਵਾਪਸ ਲੈ ਲੈਂਦੇ ਆ, ਤੂੰ ਲਿਖ ਕੇ ਦੇ ਦੇ ਮਾਫੀ। ਕਹਿੰਦਾ ਕੋਈ ਮਾਫੀ ਨਹੀਂ ਲਿਖੀ। ਜੇ ਮੈਂ ਨੌਕਰੀ ਛੱਡਤੀ ਫਿਰ ਮੇਰਾ ਰਾਜ ਤਾਂ ਲੱਗੇ ਗਿਆ, ਕਰਨਾਟਕ ਵੀ ਨਹੀਂ ਰਹਿ ਗਿਆ। ਜੇ ਮੈਂ ਸਿੱਖ ਹਾਂ ਉਹ ਮੈਂ ਹੈਗਾ। ਖੈਰ ਚਲੋ, ਉਸ ਤੋਂ ਬਾਅਦ ਤੁਹਾਡੇ ਸਾਹਮਣੇ ਕੋਟ ਖਾਲਸਾ ਚ ਕੀ ਹੋਇਆ? ਉਹ ਸ਼੍ਰੋਮਣੀ ਕਮੇਟੀ ਦਾ ਸਹੁਰਾ ਵੀ ਤੇ ਜਵਾਈ ਦੋਵੇਂ ਮੈਂਬਰ ਸੀ, ਮੁਲਾਜ਼ਮ ਸੀ। ਉਹਨਾਂ ਦੇ ਘਰ ਕਿਸੇ ਈਸਾਈ ਪਾਦਰੀ ਜਾ ਕੇ ਕਹਿਤਾ ਵੀ ਤੁਹਾਡੀ ਜੇ ਅੱਜ ਬੀਬੀ ਠੀਕ ਨਹੀਂ ਹੁੰਦੀ, ਤੁਸੀਂ ਆਪਣੇ ਘਰ ਤੋਂ ਸਾਰੇ ਗ੍ਰੰਥ ਜਿੰਨੇ ਵੀ ਹੈਗੇ ਸਾਰੇ ਕੱਢ ਦਿਓ ਬਾਹਰ, ਮੈਂ ਠੀਕ ਕਰ ਦੂੰਗਾ। ਉਹਨਾਂ ਧਾਰਮਿਕ ਉੱਥੇ ਇੱਕ ਬੋਰੀ ਚ ਪਾ ਕੇ ਤੇ ਪ੍ਰਾਪਤੀ ਸੀ ਗੱਡੀ ਵਾਲੇ ਨੂੰ, ਪੂਰੇ ਵਾਲੀ, ਉਹ ਵੀ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੀ। ਅੱਗੇ ਚੱਲੀਏ ਆਪਾਂ, ਸ਼ਿੰਗਾਰਾ ਸਿੰਘ ਲੋਹੀਆਂ ਦਾ SGPC ਮੈਂਬਰ ਹੁੰਦਾ ਸੀ।
ਜਠੇਰਿਆਂ ਦੀ ਜਗ੍ਹਾ ਤੇ ਹਰ ਸਾਲ ਉੱਥੇ ਇਹ ਖੰਡ ਪਾਠ ਕਰਾਉਂਦੇ ਸੀ। ਸਤਿਕਾਰ ਕਮੇਟੀ ਨੇ ਕਿਹਾ ਭਾਈ ਤੁਸੀਂ ਵੱਖਰਾ ਕਮਰਾ ਬਣਾ ਲਓ, ਇਹਨਾਂ ਜਗ੍ਹਾ ਤੇ ਇਹ ਪਾਠ ਨਹੀਂ ਸਕਦੇ। ਉਹ ਕਹਿੰਦਾ ਨਹੀਂ ਅਸੀਂ ਕਰਾਉਣੇ। ਕੀ ਕੀਤਾ ਸ਼੍ਰੋਮਣੀ ਕਮੇਟੀ ਦੇ ਖਿਲਾਫ? ਕੋਈ ਕਾਰਵਾਈ ਕੀਤੀ? ਕੋਈ ਨਹੀਂ। ਜਦੋਂ ਉਹ ਰੋਕਣ ਆਏ ਝਗੜਾ ਹੋਇਆ ਤੇ ਉਹਨਾਂ ਸਤਿਕਾਰ ਕਮੇਟੀ ਵਾਲੇ ਦੇ ਪਰਚੇ ਦੇ ਦਿੱਤੇ ਕਿ ਪੰਜਾਬ ਆਪਣੀ ਸਰਕਾਰ ਆਪਣੀ ਪੰਥਕ ਸੀ ਪੰਜਾਬ 'ਚ। ਉਹ 55 ਦਿਨ ਜੇਲ੍ਹਾਂ 'ਚ ਰੁਕ ਕੇ ਆਏ, ਲੇਕਿਨ ਉਹਨਾਂ ਹੱਥ ਨਹੀਂ ਛੱਡਿਆ। ਫਿਰ ਵੀ ਕਹਿੰਦੇ ਨਹੀਂ, ਜਿਹੜੀ ਮਰਿਆਦਾ ਦੇ ਉਲਟ ਗੱਲ ਉਸੇ ਨਹੀਂ ਹੁੰਦੀ। ਆ ਤੁਹਾਡਾ ਹੁਕਮ ਜਾਰੀ ਕੀਤਾ ਹੋਇਆ ਕੱਲ ਤੱਕ। ਹੁਣ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਗੁਰਨਾਮ ਸਿੰਘ ਹੈ, ਅਮਰਧਾਰੀ ਬੰਦਾ, ਉਹਦੀ ਘਰ ਵਾਲੀ ਰਾਜਵਿੰਦਰ ਕੌਰ ਅਮਰਧਾਰੀ ਜੀ। ਇਹ ਜਠੇਰਿਆਂ ਦੀ ਜਗ੍ਹਾ ਵਾ। ਉੱਥੇ ਹਰ ਜੇਠ ਦੇ ਪਹਿਲੇ ਹਫ਼ਤੇ ਇਹ ਜਾ ਕੇ ਉੱਥੇ ਖੇਡ ਵੀ ਦਿੰਦੀ ਆ, ਪੁੱਛਾ ਵੀ ਦਿੰਦੀ ਆ ਤੇ ਬਕਾਇਦਾ ਤੌਰ ਤੇ ਗੁਰਨਾਮ ਸਾਹਿਬ ਉਹਦੀ ਜਿਹੜੀ ਪੀਐਚਐਫ ਕਰਦਾ ਤੇ ਉੱਥੇ ਲੰਗਰ ਭੋਗ ਲਾਉਂਦਾ ਬਕਾਇਦਾ ਤੇ ਅਰਦਾਸ ਕਰਕੇ ਰੰਗੇ ਹੱਥੀ ਬਕਾਇਦਾ ਤੌਰ ਤੇ ਇਹਨਾਂ ਦੇ 2 ਪ੍ਰਚਾਰਕਾਂ ਨੇ ਫੜ ਕੇ ਹੁਣ ਰਿਪੋਰਟ ਕਰਤੀ ਆ। ਜੇ ਤੇ ਵੱਡੇ ਘਰ ਤੋਂ ਕੋਈ ਫੋਨ ਆ ਗਿਆ ਤੇ ਫਿਰ ਉਹਨੂੰ ਕਹਿਣਗੇ ਇਹਨੂੰ 5000 ਜੁਰਮਾਨਾ ਕਹਿੰਦੇ ਤਾਂ ਠੀਕ ਹੈ, ਕੰਮ ਚੱਲ ਜੂ। ਤੇ ਜੇ ਉਹਦਾ ਲੰਮਾ ਪਾਉਣਾ ਤੇ ਫਿਰ ਸਬ ਕਮੇਟੀ ਬਣਾ ਦੇਣਗੇ ਵੀ ਸਬ ਕਮੇਟੀ ਕਰਨਾ ਸੀ ਸਕਣ। ਸਿਰਫ ਇਹ ਨਹੀਂ ਪਤਾ ਜੇ ਉਹ ਸ਼ਿੰਗਾਰਾ ਸਿੰਘ ਲੋਹੀਆਂ ਦਾ ਬੰਦਾ ਹੋਇਆ ਜਾਂ ਸੁੱਚਾ ਸਿੰਘ ਨੰਗਾ ਦਾ ਬੰਦਾ ਹੋਇਆ ਜਾਂ ਸ਼ੇਖਵਾਦ ਦਾ ਬੰਦਾ ਹੋਇਆ ਜਾਂ ਸੁੱਚਾ ਸਿੰਘ ਜਿਹੜੇ ਜੇ ਸਾਡੇ ਹੈਗੇ ਨੇ ਛੋਟੇ ਪਰ ਦਾ ਬੰਦਾ ਹੋਇਆ ਤੇ ਸ਼ਾਇਦ ਬਚ ਜੇ। ਦਵਾ ਨਹੀਂ ਕਰਦੇ ਸੀ ਕਿਉਂਕਿ ਇਹਨਾਂ ਨੇ ਉਹ ਬੰਦੇ ਛੱਡੇ ਨੇ ਜਿਹੜੇ ਬੰਦੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਰੰਗ ਲਗੀ ਮੁੰਡੇ ਫੜੇ। ਇੱਕ ਬੰਦਾ ਜੇ ਕਿਤੇ ਉੱਥੇ ਸਕੱਤਰ ਤਤਕਾਲੀ ਜਿਹੜਾ ਸੀ ਦਲਮੇਕ ਸਿੰਘ ਨਾਂ ਅੜਦਾ, ਉਹਨੇ ਕਿਹਾ ਜੀ ਫਿਰ ਤੁਸੀਂ ਇਹਨੂੰ ਨਿਕਲਣਾ ਤੇ ਮੇਰਾ ਰਿਜ਼ਾਈਨ ਲੈ ਲਓ, ਮੈਂ ਨੌਕਰੀ ਕਰਨ ਦੇ ਕਾਬਿਲ ਨਹੀਂ ਕਿ ਮੈਂ ਮੁੱਖ ਪ੍ਰਬੰਧਕ। ਫਿਰ ਕਿਤੇ ਜਾ ਕੇ ਉਹਨੂੰ ਡਿਸਮਿਸ ਕੀਤਾ ਗਿਆ ਸੀਗਾ, ਨਹੀਂ ਤੇ ਕਿਹਾ ਸੀ ਆਹ ਜਿਹੜੇ 2 ਬੰਦੇ ਛਾਗ ਰੱਖਦੇ ਸੀ ਇਹਨਾਂ ਨੂੰ 5-5000 ਰੁਪਏ ਤੇ 10,000 ਰੁਪਏ ਜਮ੍ਹਾਂ ਕਰਕੇ ਮੁੱਖ ਸਮਝੇ ਬਹਾਲ ਕਰ ਦਿਓ। ਇਸ ਕਰਕੇ ਚਾਵਲਾ ਸਾਹਿਬ ਇਹਨਾਂ ਦੀ ਆਪਾਂ ਗੱਲ ਬਹੁਤ ਨਾਈ ਬਰੀਚਿੰਗ ਗੱਲ ਉੱਥੇ ਆਵਾ ਉੱਤੇ ਪਿਆ। ਜਿਹੜੇ ਸਾਡੇ ਪ੍ਰਧਾਨ ਸਾਹਿਬ ਸੀਗੇ ਹਰਜਿੰਦਰ ਸਿੰਘ ਧਾਮੀ, ਉਹਨਾਂ ਦੀ ਇੱਕ ਡਿਊਟੀ ਲੱਗੀ ਸੀਗੀ, ਜਿਹੜਾ ਇਹਨਾਂ ਦਾ ਅਕਾਊਂਟੈਂਟ ਸੀ ਕੋਹਲੀ, ਉਹਦੇ ਕੋਲੋਂ ਤੁਸੀਂ ਇਹਦੇ ਕੋਲੋਂ ਵਿਆਜ ਪੈਸੇ ਵਸੂਲਣੇ ਸਾਰੇ ਜਿਹੜੇ ਹੁਣ ਤੱਕ ਨਜਾਇਜ਼ ਲੈ ਕੇ ਗਿਆ। ਇਹਨੇ ਖਿਆਲ ਤੋਂ ਰੱਖਿਆ 327 ਰੁਪਏ ਗੁੰਮ ਹੋ ਗਿਆ। ਕੀ ਕੀਤਾ ਅੱਜ ਤੱਕ ਪ੍ਰਧਾਨ ਸਾਹਿਬ? ਕਿੰਨੇ ਸਾਲ ਹੋ ਗਏ ਇਸ ਗੱਲ? ਇਸ ਕਰਕੇ ਇੱਥੇ ਜੇ ਵੱਡੇ ਘਰਾਣੇ ਦੀ ਸਿਫਾਰਿਸ਼ ਆ ਗਈ ਤੇ ਫਿਰ ਇਹਨੂੰ ਕੱਖ ਨਹੀਂ ਹੋਣ ਲੱਗਾ ਤੇ ਜੇ ਲਵਾਰਸ ਹੋਇਆ ਤੇ ਫਿਰ ਤੇ ਡਿਸਮਿਸ ਤੇ ਗਾੜੀ ਦੇਣੀ ਦੀ ਕੱਟੇ ਹੋ ਜੀ। वॉइस ऑफ सिटी 1320 AM चावला न्यूज़ नैटवर्क टोरंटो। मैं कुछ नहीं बोलांगा क्योंकि मैं जितों शुरू किया सी, क्योंकि हुण असी भाई साहब भाई रणजीत सिंह जो अकाल तख्त साहब दे उस वक्त वो भी अड़ी करके बैठे सी कि मैं जथेदार हाँ। हुण पता नहीं किवें लांभे हो गए ने, वो जथेदार साहब नूं जथेदार साहब मन भी रहे ने, सवाल भी करते ने ते वो खरड़े की गल करके ते उत्थे उन्होंने पर उस वक्त मैं तो समझ वा ਆਪਾਂ ਇੱਕ ਲਫ਼ਜ਼ ਵਰਤਿਆ ਇੱਕ ਦਿਨ ਇੱਥੇ ਮੰਚ ਦੇ ਉੱਤੇ, ਤੁਹਾਨੂੰ ਯਾਦ ਆ? ਨਹੀਂ ਪਤਾ ਤੁਹਾਨੂੰ। ਆਪਾਂ ਇੱਕ ਮੰਚ ਵਰਤਿਆ ਸੀ, ਕੁਦਰਤੀ ਗੱਲ ਕਰਦੇ ਕਿਤੇ ਹੋ ਗਈ। ਮੈਂ ਕਿਹਾ ਜੀ ਇਹ ਕਾਰਜਕਾਰੀ ਜਥੇਦਾਰ ਨਹੀਂ, ਇੱਕ ਕਰਮਚਾਰੀ ਜਥੇਦਾਰ ਨਹੀਂ। ਚਲੋ ਕਰਮਚਾਰੀ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਬਹੁਤ ਵਧੀਆ ਪਕੜ ਹੈ ਉਹਨਾਂ ਦੀ, ਗਿਆਨ ਹੈ ਉਹਨਾਂ ਕੋਲ, ਇਤਿਹਾਸ ਹੈ, ਗੁਰਮਤ ਦਾ ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਕੰਠ ਨੇ, ਇਤਿਹਾਸ ਵੀ ਹੈ। ਪਰ ਆਪਣਾ ਜਿਹੜਾ 1 ਸਾਲ ਉਹਦੇ ਵਿੱਚ ਜੇ ਅਸੀਂ ਵੇਖੀਏ ਤਾਂ ਫਤਵੇ ਤੇ ਫਤਵੇ ਉਹਨਾਂ ਵੱਲੋਂ ਵੀ ਤਾਂ ਸਿਰਫ ਤੇ ਸਿਰਫ ਉਹੀ ਮਤਲਬ ਚੱਲਿਆ ਸੀ ਕੰਮ। ਖੈਰ ਆਪਾਂ ਅੱਗੇ ਵਧਦੇ ਹਾਂ, ਪਰ ਅਸੀਂ ਕਰੀਏ ਕੀ, ਸ਼ੁਰੂ ਕਿੱਥੋਂ ਕਰੀਏ, ਕਿਹਨੂੰ ਰੋਈਏ ਕਿਹਨੂੰ ਨਾ ਰੋਈਏ? ਬਿਲਕੁਲ ਦਿਲ 'ਚ ਅਸੀਂ ਰੋਈਏ ਕਿਹਨੂੰ, ਦਿਲ ਸਹੀ ਗੱਲ ਕਿੱਥੇ ਕਰੀਏ, ਫਰਿਆਦ ਕਿੱਥੇ ਕਰੀਏ? ਸਾਡਾ ਰੋਣਾ ਵੀ ਕਿਸੇ ਕੰਮ ਨਹੀਂ ਆਉਂਦਾ। ਕੋਈ ਸਾਡੇ ਮਗਰ ਨਾ ਰੰਧਾਵਾ, ਨਾ ਗਰੇਵਾਲ, ਨਾ ਸੰਧੂ, ਨਾ ਬਰਾੜ ਤੇ ਨਾ ਕੋ ਨਾ ਪੱਟੀ ਮਗਰ ਲੱਗਾ, ਨਾ ਮੇਰੇ ਮਗਰ ਲੱਗਾ। ਹਾਂਜੀ, ਫਾਇਦਾ ਤੇ ਤਾਂ ਆਣਾ ਆ ਪਾਕਿਸਤਾਨ ਦੇ ਵਿੱਚ 2 ਸਿੱਖ ਮਰ ਗਏ ਨੇ, ਕੋਈ ਦੇਸ਼ ਵਿਦੇਸ਼ ਦੀ ਸਾਡੀ ਜਥੇਬੰਦੀ ਨੂੰ ਕੋਈ ਫਿਕਰ ਹੀ ਨਹੀਂ। ਭਾਰਤ ਵਿੱਚੋਂ ਕੋਈ ਸਿੱਖਾਂ ਦੀ ਮਾੜੀ ਜੀ ਗੱਲ ਹੋਵੇ ਤੇ ਸਾਡੇ ਖਾਲਸਾ ਹੀ ਨਿਸ਼ਾਨ ਇੱਥੇ ਨਿਕਲ ਆਉਂਦੇ ਨੇ। ਭਾਰਤੀ ਅੰਬੈਸੀ ਘੇਰ ਲਈ ਜਾਂਦੀ ਹੈ, ਉੱਥੇ ਮੁਰਦਾਬਾਦ ਜਿੰਦਾਬਾਦ ਨੌਜਵਾਨ ਵਰਗ ਨਾਲ ਲਾ ਕੇ। ਹਾਂਜੀ, ਮੈਨੂੰ ਵੀ ਹੈਰਾਨਗੀ ਆ ਕਿ ਉਹਨਾਂ ਲੋਕਾਂ ਨੂੰ ਵੀਜ਼ੇ ਦੇ ਦਿੰਦੀ ਹੈ ਭਾਰਤੀ ਏਜੰਸੀ ਜਿਹੜੇ ਮੁਰਦਾਬਾਦ ਜਿੰਦਾਬਾਦ ਦੇ ਨਾਅਰੇ ਲਾ ਕੇ ਉੱਥੇ ਬਦਨਾਮ ਕਰ ਰਹੇ ਹੁੰਦੇ ਭਾਰਤ, ਤੇ ਉਹ ਸ਼ਰੇਆਮ ਜਾ ਕੇ ਵੀ ਆਉਂਦੇ ਵੀ ਆ। ਉਹ ਕਹਿੰਦੇ ਨੇ ਕਿ ਲੁਕੀ ਨਹੀਂ ਰਹਿੰਦੀ ਚੀਜ਼ ਸਾਹਮਣੇ ਆ ਜਾਂਦੀ ਹੈ ਨਾ।
ਬਿਲਕੁਲ ਜੀ, ਬਿਲਕੁਲ। ਸਵਾਲ ਇਹ ਕਿ ਪਾਕਿਸਤਾਨ ਦੇ ਵਿੱਚ ਜਦੋਂ ਕੋਈ ਘਟਨਾਵਾਂ ਵਾਪਰਦੀ ਤੇ ਫਿਰ ਇਹ ਸਾਡੇ ਖਾਲਸਾ ਹੀ ਨਿਸ਼ਾਨ ਪਾਕਿਸਤਾਨ ਦੀ ਐਮਬੈਸੀ ਵਾਲੇ ਪਾਸੇ ਨੂੰ ਕਿਉਂ ਨਹੀਂ ਜਾਂਦੇ? ਉੱਥੇ ਕਿਉਂ ਨਹੀਂ ਮੰਗ ਪੱਤਰ ਦਿੱਤਾ ਜਾਂਦਾ? ਕੀ ਉਹ ਸਿੱਖ ਨਹੀਂ? ਦੇਖੋ ਸਵਾਲ ਇਹ ਕੰਮ ਚਾਹੀਦਾ ਸੀ SGPC ਨੂੰ, ਅਕਾਲੀ ਦਲ ਨੂੰ। ਉਹਨਾਂ ਨੇ ਬਿਆਨ ਦੇ ਕੇ ਗੋਂਗਲੋ ਤੋਂ ਮਿੱਟੀ ਝਾੜ ਲਈ, ਦਿੱਲੀ ਕਮੇਟੀ ਨੂੰ। ਇਹ ਕੋਈ ਨਹੀਂ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਬਕਾਇਦਾ ਤੌਰ ਤੇ ਐਮਬੈਸੀ ਕੋਲੇ ਗਿਆ, ਉਹਦੇ ਕੋਲ ਜਿਹੜਾ ਸੀ ਮੰਗ ਪੱਤਰ ਨਹੀਂ, ਰੋਸ ਪੱਤਰ ਦੇ ਕੇ ਆਇਆ ਕਿ ਤੁਹਾਡੇ ਪਾਕਿਸਤਾਨ ਦੇ ਸਿੱਖਾਂ ਦੇ ਉੱਤੇ ਹਮਲੇ ਕਿਉਂ ਹੋ ਰਹੇ ਆ, ਕੀ ਕਰ ਰਹੇ ਹੋ ਤੁਸੀਂ ਉੱਥੇ? ਘੱਟੋ ਘੱਟ ਕੋਈ ਐਬੂਡ ਹੈ ਨਾ ਅਜੇ ਤੱਕ ਕੋਈ ਕਰਨ ਵਾਲਾ ਮਾੜਾ ਮੋਟਾ ਹੈਗਾ ਜੀ? ਬਿਲਕੁਲ ਬਿਲਕੁਲ। ਚਲੋ, ਕਿਉਂਕਿ ਉਹਨਾਂ ਨੇ ਇਮੀਡੀਏਟਲੀ ਕਾਰਵਾਈ ਕੀਤੀ, ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਤੇ ਉਹਨਾਂ ਕਿਹਾ ਵੀ ਸਾਨੂੰ 1 ਹਫ਼ਤੇ ਟਾਈਮ ਦੇ, 1 ਹਫ਼ਤੇ ਚ ਬੰਦੇ ਜਿਹੜੇ ਉਹ ਗ੍ਰਿਫਤ ਚ ਹੋਣਗੇ ਜੀ। ਉਹਨਾਂ ਦੇ ਘਰ ਆਰਮੀ ਵੀ ਗਈ, ਜਿਹੜੀ ਆਪ ਜਾ ਕੇ ਅਗਰ ਜਨਰਲ ਸਾਹਿਬ ਗਿਆ ਵੀ ਇਹ ਜੋ ਹੋਇਆ ਜੀ ਗਲਤ ਹੋਇਆ, ਸਾਨੂੰ ਅਫਸੋਸ ਹੈਗਾ ਇਹੋ ਜਿਹੀ ਘਟਨਾ ਤੋਂ ਵਕਮ ਦੇ। ਹਿੰਦੂ ਕਾਲਜ ਦੇ ਪ੍ਰੋਫੈਸਰ ਰਤਨ ਲਾਲ ਚਰਚਾ ਚ ਨਹੀਂ, ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਚਿੱਠਾ ਲਿਖਿਆ, ਇੱਕ ਪੱਤਰ ਲਿਖਿਆ ਸਿੱਧਾ, AK-46 ਦਾ ਰਾਈਫਲ ਲਾਇਸੈਂਸ ਦੇਣ ਦੀ ਮੰਗ ਕੀਤੀ ਹੈ ਜਨਾਬ ਨੇ। ਕਾਹਦੇ ਵਾਸਤੇ? ਸਵੇ ਰੱਖਿਆ ਵਾਸਤੇ ਜਾਂ ਫਿਰ ਦੇਸ਼ ਵਿਰੋਧ ਜਿਹੜੇ ਅਨਸਰ ਨੇ ਉਹਨਾਂ ਨੂੰ ਆਪ ਜਾ ਕੇ ਸੋਧਣਾ? ਤੇ 2 ਪ੍ਰੋਫੈਸਰ ਨੇ ਜੀ, ਇੱਕ ਲਖਨਊ ਯੂਨੀਵਰਸਿਟੀ ਦੇ ਪ੍ਰੋਫੈਸਰ ਰਵੀਕਾਂਤ ਨੇ, ਜਿਨ੍ਹਾਂ ਦਾ ਆਪਾਂ ਅੱਗੇ ਵੀ ਜ਼ਿਕਰ ਕੀਤਾ। ਹਾਂ, ਉਹਨਾਂ ਦੇ ਹਮਲਾਵਰ ਹਮਲਾ ਹੋਇਆ ਤੇ ਗ੍ਰਿਫਤਾਰ ਹੋਏ ਨੇ। ਬਿਲਕੁਲ ਬਿਲਕੁਲ। ਤੇ ਉਹਨਾਂ ਤੇ ਵੀ ਹਮਲਾ ਹੋਇਆ ਤੇ ਰਤਨ ਲਾਲ ਨੂੰ ਬਕਾਇਦਾ ਤੌਰ ਤੇ ਧਮਕੀਆਂ ਦਿੱਤੀਆਂ ਗਈਆਂ ਤੇ ਇਹਦੇ ਖਿਲਾਫ ਕੇਸ ਵੀ ਦਰਜ ਕਰਾਇਆ। ਜੇ ਕੋਈ ਇਤਿਹਾਸ 'ਚ ਗੱਲ ਲਿਖੀ ਆ ਤੇ ਜੇ ਕਿਸੇ ਪ੍ਰੋਫੈਸਰ ਨੇ ਕਹਿ ਦਿੱਤੀ ਤਾਂ ਇਤਰਾਜ਼ ਕਿਸੇ ਨੂੰ ਕੀ ਹੋ ਸਕਦਾ? ਪਰ ਨਹੀਂ, ਅਸੀਂ ਨਹੀਂ ਕਿਸੇ ਨੂੰ ਬੋਲਣ ਦੇਣਾ। ਇੱਥੇ ਡੈਮੋਕ੍ਰੇਸੀ ਕੋਈ ਨਹੀਂ ਹੈ। ਅਸੀਂ ਜੋ ਕਹਿੰਦੇ ਸਾਡੇ ਪਿੱਛੇ ਲੱਗੋ। ਇਹਨੇ ਇਹ ਕਹਿ ਦਿੱਤਾ ਵੀ ਜੋ ਗਿਆਨ ਮਾਪੀ ਦੇ ਸ਼ਿਵਲਿੰਗ ਦੀ ਕਹਾਣੀ ਦੇ ਉੱਤੇ ਉਹਨੇ ਕੋਈ ਟਿੱਪਣੀ ਕੀਤੀ ਹੈ, ਪੱਤਰ ਦੀ ਜਿੱਥੇ ਟਿੱਪਣੀ ਨਹੀਂ ਕਰਾਂਗੇ ਕੀਤੀ, ਤੇ ਇਹਦੇ ਖਿਲਾਫ ਵਕੀਲ ਨੇ ਕੇਸ ਦਰਜ ਕਰਾਤਾ। ਕਹਿੰਦੇ ਕਰਾ ਦਿਓ, ਕੋਈ ਗੱਲ ਨਹੀਂ। ਮੁੜ ਕੇ ਜਾਨੋਂ ਮਾਰ ਦੀਆਂ ਧਮਕੀਆਂ ਆਉਣੀ ਸ਼ੁਰੂ ਹੋ ਗਈਆਂ। ਹੁਣ ਇਹਨੂੰ ਪਤਾ ਸੀ ਨਾ ਮੇਰੀ ਦਿੱਲੀ ਦੇ ਮੁੱਖ ਮੰਤਰੀ ਨੇ ਸੁਣਨੀ ਹੈ, ਨਾ LG ਨੇ ਸੁਣਨੀ ਹੈ, ਨਾ ਕਿਸੇ ਹੋਰ ਨੇ ਸੁਣਨੀ ਹੈ। ਇਹਨੇ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਪੱਤਰ ਲਿਖਿਆ ਕਿ ਮੇਰੀ ਜਾਨ ਨੂੰ ਖਤਰਾ ਵਾ। ਜੇਕਰ ਮੈਂ ਹਿੰਦੁਸਤਾਨ ਦਾ ਨਾਗਰਿਕ ਹਾਂ, ਜੇ ਮੈਂ ਭਾਰਤ ਦਾ ਨਾਗਰਿਕ ਤੇ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ, ਤੁਹਾਡੀ ਡਿਊਟੀ ਬਣਦੀ ਮੇਰੀ ਸੁਰੱਖਿਆ ਕਰ। ਇਸ ਕਰਕੇ AK-46 ਜਿਹੜੀ ਗਨ ਆ ਉਹਨਾਂ ਨਾਲ ਲੈਸ ਜਿਹੜੇ 2 ਗਨ ਮੈਨੂੰ ਦਿੱਤੇ ਜਾਣ। ਜੇ ਗਨ ਮੈਂ ਨਹੀਂ ਦੇ ਸਕਦੇ ਤੇ ਕਿਸੇ ਨੇ ਤਰੀਕੇ ਨਾਲ ਭਾਵੇਂ ਕਾਨੂੰਨ 'ਚ ਤਬਦੀਲੀ ਕਰਨ ਤੇ ਮੈਨੂੰ ਦਾ ਲਾਇਸੈਂਸ ਦਿੱਤਾ ਜਾਵੇ, ਕਿਉਂਕਿ ਮੈਂ ਆਪਣੀ ਰੱਖਿਆ ਆਪ ਕਰ ਸਕਦਾ। ਨਾ AK-46 ਤੱਕ ਕਿਸੇ ਨੇ ਲਾਇਸੈਂਸ ਦੇਣਾ ਵਾ, ਨਾ ਮਿਲਣਾ ਵਾ। ਇਹ ਬਸ਼ੱਕ ਨੂੰ ਮਾਰਿਆ ਜਾਵੇ, ਮੁੜ ਕੇ ਕਿਸੇ ਨਹੀਂ ਕਹਿਣਾ ਕੁਝ, ਇਹ ਮਾਰਿਆ ਜਾਵੇ, ਲੇਕਿਨ ਇਹ ਸਿੱਖਿਆ ਦੇ ਕੋਈ ਪ੍ਰਬੰਧ ਨਹੀਂ ਕਰ ਜੀ, ਨਾ ਉਹਨੂੰ ਪ੍ਰਬੰਧ ਦੇਣੇ ਕਿਸੇ ਨੇ। ਕਿਉਂ? ਤੂੰ ਸ਼ਿਵਲਿੰਗ ਤੇ ਟਿੱਪਣੀ ਕੀਤੀ ਜੀ। ਬਿਲਕੁਲ, ਗਿਆਨ ਮਾਪੀ ਤੇ ਬਿਲਕੁਲ। ਇਹਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਪ੍ਰੋਫੈਸਰ ਰਵੀਕਾਂਤ। ਪ੍ਰੋਫੈਸਰ ਰਵੀਕਾਂਤ ਨੇ ਕਿਸੇ ਹੋਰ ਕਿਤਾਬ ਦਾ ਹਵਾਲਾ ਦਿੱਤਾ ਸੀ ਗਿਆਨ ਮਾਪੀ ਨੂੰ, ਬਸ ਆਪਣੇ ਕੋਲ ਕੁਛ ਨਹੀਂ ਕਿਹਾ ਉਹਨਾਂ ਨੇ ਕਿ ਇਹ ਕਿਤਾਬ ਇੱਕ YouTube ਚੈਨਲ ਦੇ ਉੱਤੇ ਆਪਣੀ ਗੱਲਬਾਤ ਕਹਿੰਦਾ ਮੈਂ ਆਪਣੇ ਕੋਲ ਕੁਛ ਨਹੀਂ ਕਹਿ ਰਿਹਾ, ਇਹ ਕਿਤਾਬ 'ਚ ਇਹ ਗੱਲ ਲਿਖੀ ਮੈਂ ਉਹਦਾ ਹਵਾਲਾ ਦੇ ਰਿਹਾ। ਲੇਕਿਨ ਸਾਡੇ ਲੋਕਾਂ ਨੂੰ ਜੇ ਪਤਾ ਨਹੀਂ ਕੀ ਹੋਇਆ, ਉਹਨਾਂ ਜਾ ਕੇ ਉਹਦੇ ਖਿਲਾਫ ਮੁਕੱਦਮਾ ਦਰਜ ਕਰਤਾ ABP ਵਾਲਿਆਂ ਨੇ। ਪਹਿਲੀ ਗੱਲ, ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਜੇ ਕਿਤੇ ਪ੍ਰੋਫੈਸਰ ਰਵੀਕਾਂਤ ਦੇ ਖਿਲਾਫ ਹਮਲਾ ਹੁੰਦਾ ਵਾ, ਉਹਦੇ ਖਿਲਾਫ ਪ੍ਰੋਟੈਸਟ ਹੁੰਦਾ, ਫਿਰ ਵਾਈਸ ਚਾਂਸਲਰ ਬੈਠਾ ਕੀ ਕਰਦਾ? ਬਿਲਕੁਲ, ਸਰਕਾਰ ਬੈਠੀ ਕੀ ਕਰਦੀ? ਪਹਿਲਾਂ ਉੱਤੇ ਪਹਿਲਾਂ 10 ਦਿਨ ਪਹਿਲਾਂ 10 ਤਰੀਕ ਨੂੰ ਹਮਲਾ ਹੋਇਆ, ਪਰਚਾ ਦਰਜ ਕੀਤਾ। ਜਦੋਂ ਉਹਨੇ ਆਪਣੀ ਦਰਖਾਸਤ ਦਿੱਤੀ, ਅਜੇ ਤੱਕ ਉਹਦੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਜੀ। ਚਲੋ ਰੌਲਾ ਪਿਆ, ਉੱਥੇ ਪ੍ਰੋਫੈਸਰ ਸਾਰੇ ਇਕੱਠੇ ਹੋ ਗਏ, ਤੁਸੀਂ ਗੁੰਡਾਗਰਦੀ ਤੇ ਇਦਾਂ ਦੀ ਨਹੀਂ ਹੋ ਗਈ। ਜਿਹੜੇ ਸਿਕਿਉਰਿਟੀ ਗਾਰਡ ਸੀ 2 ਬਕਾਇਦਾ ਤੌਰ ਤੇ ਰਵੀਕਾਂਤ ਨੂੰ ਦੇ ਦਿੱਤੇ ਗਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ। ਇਹ ਜਿਹੜੇ ਸਿਕਿਉਰਿਟੀ ਜਿਹੜੀ ਤੈਨਾਤ ਰਹੇ, ਹੁਣ ਉਹ ਨਾਲ ਰਹਿੰਦੀ ਸੀ। ਪ੍ਰੋਫੈਸਰ ਰਵੀਕਾਂਤ ਜਾ ਰਿਹਾ ਆਪਣੇ ਆਫਿਸ ਕਲਾਸ ਲਾ ਕੇ ਜਾ ਰਿਹਾ, ਸਟੂਡੈਂਟ ਮਿਲਦੇ ਆ, ਕੋਈ ਵਿਸ਼ ਕਰਦਾ ਵਾ, ਕੋਈ ਪੈਰੀ ਹੱਥ ਲਾਉਂਦਾ ਵੀ ਮੇਰੇ ਉਸਤਾਦ ਜਾ ਰਹੇ ਨੇ, ਟੀਚਰ ਜਾ ਰਹੇ, ਬੜੇ ਬੰਦੇ ਹੈਗੇ। ਜੇ ਤਾਂ ABP ਵਾਲਾ ਹੁੰਦਾ ਤੁਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ। ਇਹ ਸਮਾਜਵਾਦੀ ਛਾਤਰ ਸਭਾ, ਸਮਾਜਵਾਦੀ ਪਾਰਟੀ ਜਿਹੜੀ ਇਹਨਾਂ ਦਾ ਇੱਕ ਵਿਦਿਆਰਥੀ ਹੈਗੀ ਹੈ ਜਥੇਬੰਦੀ, ਉਹਦਾ ਕਾਰਕੁਨ
ਇਹਨੇ ਵਿੱਚ ਕੀਤੀ, ਮੁੜ ਕੇ ਉਹ ਗਾਂ ਨੇ ਪੈਰਿਸ ਲੱਗਾ ਤੇ ਉਹਨੇ ਚਪੇੜ ਕੱਢ ਮਾਰੀ। ਚਲੋ ਚਪੇੜ ਮਾਰਤੀ ਟੀਚਰ ਨੂੰ, ਬਾਕੀ ਜਿਹੜੇ ਗਾਰਡ ਨਾਲ ਸੀ ਉਹਨਾਂ ਫੜ ਲਿਆ, ਕਿਸੇ ਨੂੰ ਪਤਾ ਹੀ ਨਹੀਂ ਗੱਲ ਨੂੰ। ਪ੍ਰੋਫੈਸਰ ਨੂੰ ਪੁੱਛਿਆ, ਉਹ ਕਹਿੰਦੇ ਜੀ ਇਹ ਮੇਰੇ ਚੰਗੀ ਤਰ੍ਹਾਂ ਵਾਕਫ ਮੁੰਡਾ ਨਹੀਂ ਗੱਲ ਨਹੀਂ, ਸਾਡੀ ਯੂਨੀਵਰਸਿਟੀ 'ਚ ਸੰਸਕ੍ਰਿਤ ਦੀ MA ਕਰ ਰਿਹਾ ਵਾ, ਸਾਨੂੰ ਇਹ ਆਸ ਹੀ ਨਹੀਂ ਸਮਾਜਵਾਦੀ ਪਾਰਟੀ ਵਾਲੇ ਗੱਲ ਕਰਨਗੇ। ਲੇਕਿਨ ਸਮਾਜ ਪਾਰਟੀ ਜਿਹੜੀ ਹੈਗੀ ਹੈ ਛਾਤਰ ਸੰਘ ਸਭਾ, ਉਹਨਾਂ ਇਮੀਡੀਏਟਲੀ ਨੂੰ ਕੱਢ ਦਿੱਤਾ ਗਿਆ। ਜਦੋਂ ਪ੍ਰੋਫੈਸਰ ਨੇ ਫਿਰ ਦਰਖਾਸਤ ਦਿੱਤੀ, ਉਹਦੇ ਤੇ ਛੋਟੀਆਂ ਧਰਾਵਾਂ ਲਾ ਕੇ ਤੇ ਪਰਚਾ ਦਰਜ ਕੀਤਾ ਗਿਆ। ST ਧਾਰਾ ਲੱਗਣ ਦੇ ਬਾਵਜੂਦ ਵੀ ਉਹ ਦਲਿਤ ਪ੍ਰੋਫੈਸਰ ਆ, ਹਿੰਦੀ ਵਿਭਾਗ ਦਾ ਵਾ, ਸਾਹਿਤਕਾਰ, ਵਿਦਵਾਨ ਆ, ਤੇ ਉਹਦੀ ਜਿਹੜੀ ਉਹ ST ਧਾਰਾ ਲੱਗਣ ਦੇ ਬਾਵਜੂਦ ਉਹਨੂੰ ਥਾਣੇ 'ਚ ਬੰਦ ਦੇ ਦਿੱਤੇ ਕਿ ਜਾਂ ਤੁਹਾਨੂੰ ਕਾਕਾ ਮੌਜ ਕਰਦੀ ਹੈ। ਉਹਦੇ ਤੇ ਹੁਣ ਜਿਹੜੇ ਉੱਥੋਂ ਦੇ ਪ੍ਰੋਫੈਸਰ ਔਖੇ ਨੇ, ਇਹ ਪਤਾ ਕੋਈ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ। ਉਹ ਕਹਿੰਦੇ ਮੈਂ ਜਾ ਕੇ ਮਿਲਿਆ VC ਨੂੰ, ਫਿਰ ਉਹਨੂੰ VC ਨੂੰ ਪੁੱਛਿਆ ਜੀ ਪਹਿਲਾਂ ਮੈਂ ਕੀ ਕੀਤਾ ਜੀ, ਕਹਿੰਦੇ ਜੀ ਜਾਂਚ ਚੱਲ ਰਹੀ ਹੈ। ਅੱਜ 10 ਦਿਨ ਹੋ ਗਿਆ, ਉਹ ਜਾਂਚ ਹੀ ਚੱਲੀ ਜਾਂਦੀ ਜੀ। ਚਲੋ ਉਹਨੂੰ ਪੁੱਛਿਆ ਪ੍ਰੋਫੈਸਰ ਨੂੰ ਕਿ ਪ੍ਰੋਫੈਸਰ ਤੁਹਾਨੂੰ ਕੋਈ ਚੋਟ ਸੱਟ ਲੱਗੀ? ਕਹਿੰਦਾ ਜੀ ਉਹਦਾ ਸਰੀਰਕ ਤੌਰ ਤੇ ਕੋਈ ਸੱਟ ਨਹੀਂ ਹੈ, ਲੇਕਿਨ ਦਿਮਾਗੀ ਤੌਰ ਤੇ, ਸਮਾਜਿਕ ਤੌਰ ਤੇ ਮੇਰੇ ਆਪਣੇ ਜਿਹੜੀ ਆਕਾਰ ਨੂੰ ਬਹੁਤ ਵੱਡੀ ਸੱਟ ਲੱਗੀ ਜੀ। 9058131320 ਦੋਸਤੋ ਤੁਸੀਂ ਕਾਲ ਕਰਕੇ ਸਵਾਲ ਕਰਨਾ ਹੋਵੇ ਕਰ ਸਕਦੇ ਹੋ। YouTube ਤੇ ਤੁਸੀਂ ਸਾਨੂੰ ਦੇਖਦੇ ਹੋ, ਜੇ ਤੁਸੀਂ ਸਬਸਕ੍ਰਾਈਬ ਕਰ ਲੋਗੇ ਤਾਂ ਮਿਹਰਬਾਨੀ, ਅਗਾਹਾਂ ਸ਼ੇਅਰ ਕਰ ਦੋਗੇ ਹੋਰ ਵੀ ਤੁਹਾਡਾ ਧੰਨਵਾਦ। ਦੋਸਤਾਂ ਮਿੱਤਰਾਂ ਨੂੰ ਵੀ ਦੱਸ ਸਕਦੇ ਹੋ ਇਸ ਪ੍ਰੋਗਰਾਮ ਦੇ ਬਾਰੇ। ਸੇਵਾ ਮੁਕਤ ਪਟਵਾਰੀ, ਹਾਂਜੀ ਮੈਂ ਨਾ ਸਵਾਲ ਇਸ ਕਰਕੇ ਲਿਆ ਸੀ ਅੱਜ ਕਿ ਕਿਸਾਨਾਂ ਤੇ ਬੜੀ ਗੱਲਬਾਤ ਹੋ ਗਈ ਹੋ, ਕ੍ਰਾਂਤੀ ਦੀ ਬੜੀ ਗੱਲ ਹੋ ਗਈ, ਤੇ ਮੈਂ ਕਿਹਾ ਉਹ ਲੋ ਜਿਹਨਾਂ ਚਿੱਚ ਤੱਕ ਨਹੀਂ ਵਧੀਆ ਗੱਲ ਆ ਜੀ। ਮਤਲਬ ਚੀਨ ਦੀ ਵੀ ਗੱਲ ਮੈਂ ਕਰਨੀ ਤੁਹਾਡੇ ਨਾਲ, ਕੁਝ ਹਟ ਕੇ ਕਿਸਾਨਾਂ ਦਾ ਚਲੋ ਚੱਲਣਾ ਜਿਹੜੀ ਵੇਖੋ 5 ਮਿੰਟ ਘੱਟੋ ਘੱਟ 5-6 ਮਿੰਟ ਲੱਗਣੇ ਆ ਪੂਰਾ ਡਿਸਕ੍ਰਾਈਬ ਕਰਨ ਤੇ, ਉਹ ਆਪਾਂ ਸ਼ਾਮੀ ਕਰਾਂਗੇ, ਸਾਡੇ ਸਾਹਮਣੇ ਸਵੇਰੇ ਜੇ ਕਰਾਂਗੇ। ਚਲੋ ਤੁਸੀਂ ਏਦਾਂ ਕਰੋ, ਚੀਨ ਵਾਲੀ ਪਹਿਲਾਂ ਕਰ ਲਓ, ਬਾਕੀ ਬਾਅਦ ਕਰੀਏ, ਕਿਉਂਕਿ ਚੀਨ ਦਾ ਮੁੱਦਾ ਅਹਿਮ ਹੈ। ਉਹਨੂੰ ਟਾਈਮ ਲੱਗਣਾ, ਫਿਰ ਆਪਣੇ ਵਿੱਚ ਤੁਹਾਡੇ ਕੋਲ 10 ਮਿੰਟ ਨੇ। ਜੀ ਤੁਹਾਡੇ ਕੋਲ 10 ਮਿੰਟ ਨੇ ਪੱਟੀ ਸਾਹਿਬ। ਜੀ ਚੀਨ ਦੀ ਬੇਰੁਖੀ ਕਾਰਨ ਚੀਨ ਵਿੱਚ 23,000 ਮੈਡੀਕਲ ਵਿਦਿਆ ਲੈ ਰਹੇ ਭਾਰਤੀ। ਇਹ ਛੋਟਾ ਜਿਹਾ ਮਸਲਾ ਨਹੀਂ ਹੈ, ਬਹੁਤ ਵੱਡਾ ਮਸਲਾ ਹੈ। ਸਰਕਾਰ ਨੇ ਚੀਨੀ ਸੈਲਾਨੀਆਂ ਤੇ ਲਾਈ ਰੋਕ, ਚੀਨ ਭੜਕਿਆ, ਕੀ ਕਹਿਣਾ ਚਾਹੋਗੇ? ਇੰਡੀਆ ਦੇ ਜੀ 23,000 ਵਿਦਿਆਰਥੀ ਚਾਈਨਾ ਦੇ ਵਿੱਚ ਸਟੱਡੀ ਕਰ ਰਹੇ। ਬੇਸਿਕਲੀ ਸਾਡੇ ਵਿਦਿਆਰਥੀ ਦੀ ਪਹੁੰਚ ਹੁੰਦੀ ਸੀ ਚਾਈਨਾ ਹੁੰਦੀ ਸੀ, ਯੂਕਰੇਨ ਹੁੰਦੀ ਸੀ, ਜ਼ਿਆਦਾ ਮੈਡੀਕਲ ਦੇ ਵਿਦਿਆਰਥੀ ਇਹਨਾਂ ਕੰਟਰੀ ਜਾ ਦਿੰਦੇ ਸੀ। ਇੱਕ ਸਸਤੀ ਪੜ੍ਹਾਈ ਸੀ, ਇੱਕ ਬਹੁਤੇ ਟੈਸਟ ਉਸਨੇ ਸੀ। ਹੁਣ ਚੀਨ ਦੇ ਵਿੱਚ ਜਿਹੜੇ ਸਾਰੇ 23,000 ਬਕਾਇਦਾ ਤੌਰ ਤੇ ਇੱਥੇ ਵਿਦਿਆਰਥੀ ਗਏ, ਉਹ ਪਿਛਲੇ ਜਦੋਂ ਕੋਰੋਨਾ ਤੋਂ ਆਇਆ ਉਦੋਂ ਤੋਂ ਘਰ ਬੈਠੇ ਆ। ਚੀਨ ਫੀਸਾਂ ਲੈ ਰਿਹਾ ਉਹਨਾਂ ਕੋਲ, ਆਨਲਾਈਨ ਪੜ੍ਹਾਈ ਕਰੀ ਜੋ, ਕਹਿੰਦੇ ਜੀ ਪ੍ਰੈਕਟੀਕਲ ਕਰਨੀ ਤੇ ਪ੍ਰੈਕਟੀਕਲ ਹੋਣੀ, ਅਸੀਂ ਉਹਨਾਂ ਦੀ ਪੜ੍ਹਾਈ ਕਿੱਥੋਂ ਕਰ ਲਈਏ? ਉਹ ਉਹਨਾਂ ਨੂੰ ਵੀਜ਼ੇ ਨਹੀਂ ਦੇ ਰਿਹਾ, ਤੇ ਇਹਨਾਂ ਸਰਕਾਰ ਕੋਲ ਕਾਫੀ ਜਾ ਕੇ ਸ਼ਿਕਾਇਤ ਕੀਤੀ ਕਿ ਸਾਡਾ ਧਿਆਨ ਕੀਤਾ ਜਾਵੇ, ਲੇਕਿਨ ਉਹ ਤੇ ਚੀਨ ਦੇ ਖਿਲਾਫ ਬੋਲਣ ਲਈ ਤਿਆਰ ਨਹੀਂ। ਚੀਨ ਨੇ ਸਾਡੇ ਬਾਰਡਰ ਦੇ ਨਾਲ ਪੱਕੀਆਂ ਸੜਕਾਂ ਵਸਾਤੀਆਂ ਤੇ ਨਾਲ ਉੱਥੇ ਉਹਨੇ ਆਪਣੀਆਂ ਕਲੋਨੀਆਂ ਵਸਾਤੀਆਂ। ਅੱਜ ਵੀ ਉਹ ਕਹਿੰਦਾ ਕਿ ਅਰੁਣਾਚਲ ਪ੍ਰਦੇਸ਼ ਮੇਰਾ ਹਿੱਸਾ ਵਾ, ਇੱਥੇ ਨਜਾਇਜ਼ ਕਬਜ਼ਾ ਇੰਡੀਆ ਦਾ। ਕਈ ਵਾਰੀ ਉਹਨੇ ਐਂਟਰ ਵੀ ਕੀਤਾ ਉੱਥੇ। ਫਿਰ ਜਿਹੜੀ ਹੈਗੀ ਆ ਉਸਦੀ ਝੀਲ ਸਾਡੀ ਗਲਵਾਨ ਘਾਟੀ ਅੱਧੇ ਬਹੁਤ ਉਹਨੇ ਕਬਜ਼ਾ ਕਰ ਲਿਆ। ਅਸੀਂ ਨਹੀਂ ਬੋਲਦੇ, ਸਾਨੂੰ ਬੋਲਣਾ ਚਾਹੀਦਾ। ਉਹ ਸੀ ਭੂਏ ਹੁੰਦਾ ਕਿ ਹੋਈ ਗਿਆ, ਇਹਨਾਂ ਨੇ ਕਹਿਤਾ ਜੀ ਰੋਕ ਲਾਤੀ ਆ। ਉਹਦੀਆਂ ਕੰਪਨੀਆਂ ਅੱਜ ਵੀ ਇੰਡੀਆ ਚੱਲ ਰਹੀਆਂ ਨੇ। ਉਹ ਉਸਮੀ ਕੌਮੀ ਨਾਂ ਦੀ ਕੰਪਨੀ ਹੈ, ਉਹਨੇ ਇੱਥੇ ਵਪਾਰ ਕੀਤਾ, ਉਹਦਾ ਪ੍ਰੋਫਿਟ ਇੱਥੇ ਅਰਬਾਂ ਖਰਬਾਂ ਪਿਆ ਹੋਣਾ ਕਿ ਇਹਨਾਂ ਨੇ ਕਿਹਾ ਬਿਲਕੁਲ ਨਹੀਂ, ਬੈਂਕਾਂ ਨੂੰ ਕਹਿੰਦੇ ਇਹਦੇ ਪੈਸੇ ਟ੍ਰਾਂਸਫਰ ਨਹੀਂ ਹੋਣੇ ਚਾਹੀਦੇ। ਅਗਲੀ ਗੱਲ ਉਹਨਾਂ ਕੀਤੀ ਹੈ, ਉਹਨਾਂ ਕਿਹਾ ਵੀ ਜਿੰਨੇ ਸੈਲਾਨੀ ਆ ਅਸੀਂ ਵਿਜੇ ਦੇਈ ਜਾਂਦੇ ਆ, ਇਹ ਸਾਡੇ ਬੰਦੇ ਨੂੰ ਵਿਜੇ ਨਹੀਂ ਦਿੰਦਾ, ਇਹਨਾਂ ਤੇ ਰੋਕ ਲਾਓ। ਉਹਦੇ ਤੇ ਚੀਨ ਪੂਰਾ ਭੜਕਿਆ ਪਿਆ ਵਾ, ਕਿਸੇ ਵੇਲੇ ਵੀ ਕੋਈ ਹਰਕਤ ਕੋਈ ਕਰ ਸਕਦਾ। ਮੈਂ ਪੰਜਾਬੀ ਚ ਕਹਿ ਦੇ। ਹੁਣ ਵਿਦਿਆਰਥੀ ਕਹਿੰਦੇ ਸਾਡਾ ਭਵਿੱਖ ਬਰਾਜ ਕਰਨ ਲਈ ਤੁਸੀਂ, ਜੇ ਪ੍ਰਧਾਨ ਮੰਤਰੀ ਸਾਹਿਬ ਨੇ ਇੰਨੀ ਕੀਮਤ ਕੀਤੀ ਹੈ, ਸ਼ਾਇਦ ਉਹਨਾਂ ਦੀ ਜਿਹੜੀ ਆ ਇੰਨੀ ਕੀਮਤ ਕਰਨਾ ਸਾਡੇ ਵਿਦਿਆਰਥੀ ਨੂੰ ਵੀਜ਼ੇ ਮਿਲ ਜਾਣ, ਲੇਕਿਨ ਉਹਨਾਂ ਨੂੰ ਵੀਜ਼ੇ ਨਾ ਮਿਲਦੇ। ਇਹ ਦੱਸਦੇ ਆ ਵੀ ਚਾਈਨਾ ਜਿਹੜਾ ਵਾ ਇੰਡੀਆ ਪ੍ਰਤੀ ਮਤਲਬ ਸਰਦ ਨਹੀਂ ਹੈਗਾ, ਸਿਰਦ ਨਹੀਂ ਹੈਗਾ ਉਹ। ਜੇ ਅਸੀਂ ਉਹਦੀਆਂ ਮਜ਼ਾਇਲਾਂ ਦੀ ਗੱਲ ਕਰ ਲਈਏ, ਸਾਡੀ ਇਹਦੀਆਂ ਮਜ਼ਾਇਲਾਂ ਛੁੱਟੀਆਂ ਜੇ ਬੀਜੇਪੀ ਤੋਂ ਮਜਾਈ ਚੱਲੇ ਤੇ ਜਾ ਕੇ ਲੋਕਾਂ ਨੂੰ ਤਬਾਹ ਕਰ
ਇਹਨਾਂ ਦਾ ਮੰਤਰੀ ਤੇ ਕਹਿੰਦਾ ਸੀ ਜਿਹੜੇ ਅਨਪੜ੍ਹ ਨੇ, ਜਿਹੜੇ ਕਮਜ਼ੋਰ ਨੇ, ਉਹੀ ਬਾਹਰ ਪੜ੍ਹਨ ਜਾਂਦੇ ਨੇ, ਇਹਨਾਂ ਨੂੰ ਅਮਰੀਕਾ ਕੈਨੇਡਾ ਭੇਜ ਦਿਓ, 23,000 ਮੈਡੀਕਲ ਨਿਊਜ਼ੀਲੈਂਡ ਭੇਜ ਦਿਓ, ਆਸਟ੍ਰੇਲੀਆ ਭੇਜ ਦਿਓ, ਇੱਧਰ ਤੁਸੀਂ ਕੈਨੇਡਾ ਭੇਜ ਦਿਓ, ਤੁਸੀਂ ਆਪਣੇ ਅਮਰੀਕਾ ਭੇਜ ਦਿਓ। ਮੈਡੀਕਲ ਵਿਦਿਆਰਥੀ ਤਾਂ ਇੱਥੇ ਹੱਸ ਕੇ ਲੈ ਰਹੇ ਨੇ, ਦਿਓ ਫੀਸਾਂ। ਹੁਣ ਚੀਨ ਦੇ ਵਿੱਚ ਸਸਤੀ ਪੜ੍ਹਾਈ ਹੁੰਦੀ ਹੈ ਤਾਂ ਕਰਕੇ, ਤੇ ਆਪਣੇ ਦੇਸ਼ ਦਾ ਭਵਿੱਖ ਜਿਹੜਾ ਆ ਉਹ ਖਤਰੇ 'ਚ ਪਾਉਣ ਨਾਲੋਂ ਜੇ ਉਹ ਅਗਾਂਹ ਹੀ ਵਧੀਆ ਹੁੰਦਾ। ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਤੁਹਾਡਾ 56 ਇੰਚ ਦਾ ਸੀਗਾ, ਹਾਂਜੀ, ਸੀਨਾ, ਤੇ ਅੱਜ ਉਹ ਵਧੀਆ ਹੁੰਦਾ। ਤੇ 23,000 ਭਾਰਤੀਆਂ ਦੇ ਮੈਡੀਕਲ ਵਿੱਦਿਆ ਸਿਰਫ 23,000, ਤੇ ਜਦੋਂ ਉਹਨੇ ਵਧਣਾ ਤੇ 1 ਲੱਖਾਂ ਕਰੋੜਾਂ ਭਾਰਤੀਆਂ ਦੀ ਜਾਨ ਖਤਰੇ ਦੇ ਵਿੱਚ ਆ, ਉਹ ਨਹੀਂ ਦਿਖਾਈ ਦੇ ਰਹੀ। ਵਾਟ ਇਜ਼ ਦਿਸ ਪੁਆਇੰਟ? ਬਿਲਕੁਲ ਬਿਲਕੁਲ। ਹੁਣ ਉਹਨੇ ਕੀ ਕਿਹਾ ਜਾਂ ਕੀ ਕਿਹਾ ਜਦੋਂ ਟਿਬਰੀ ਟੈਡ ਕੀਤੀ ਹੈ, ਉਹਨੇ ਕਿਹਾ ਜੀ ਵੇਖੋ ਸਾਡੇ ਕੋਲ ਜੇ ਵਿਦਿਆਰਥੀ ਪਾਕਿਸਤਾਨ ਤੋਂ ਹੁੰਦੇ, ਥਾਈਲੈਂਡ ਤੇ ਹੁੰਦੇ, ਸੋਲੋਮਨ ਤੋਂ ਤੇ ਆਈਲੈਂਡ ਤੋਂ ਹੁੰਦੇ ਜੀ, ਪਹਿਲਾਂ ਉਹ ਵਿਦਿਆਰਥੀ ਆਉਣਗੇ, ਉਹਦੇ ਜਿਹੜੀਆਂ ਸੀਟਾਂ ਬਚਣਗੀਆਂ ਤੇ ਉਹਨਾਂ 23,000 ਚ ਉਹਨਾਂ ਨੂੰ ਅਸੀਂ ਜਾ ਦਿਆਂਗੇ ਜਿਹੜੀ ਬਚਣਗੇ ਸਾਰੇ। ਕਿਉਂਕਿ ਉਹ ਤੁਹਾਨੂੰ ਫੀਸਾਂ ਦੇ ਰਹੇ ਹੋ ਸਾਰੇ, ਕਿਉਂ ਨਹੀਂ ਵੀ ਜੀ, ਪੈਸੇ ਤੁਸੀਂ ਲੈ ਰਹੇ ਹੋ, ਫੀਸ ਲੈ ਰਹੇ ਹੋ, ਪੜ੍ਹਾਈ ਕਿਉਂ ਨਹੀਂ ਕਰਾ ਰਹੇ? ਬਿਲਕੁਲ ਬਿਲਕੁਲ। ਅੱਜ ਕੱਲ ਤਾਂ ਚਲੋ ਆਨਲਾਈਨ ਪੜ੍ਹਾਈ ਵੀ ਹੈ, ਪਰ ਇਸ ਕਰਕੇ ਸਾਡੀ ਜਿਹੜੀ ਚੀਨ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ, ਇਹ ਬੜੀ ਮਾੜੀ ਗੱਲ ਆ। ਚੀਨ ਨੂੰ ਚਾਹੀਦਾ ਵੀ ਬਕਾਇਦ ਉੱਤੇ ਚਲ ਠੀਕ ਆ, ਬਿਲਕੁਲ ਚੀਨ ਨੂੰ ਚਾਹੀਦਾ, ਪੋਲੀਟੀਕਲ ਲੜਾਈ ਹੁੰਦੀ ਹੈ, ਵਿਦਿਆਰਥੀ ਲੜਾਈ ਕਰਦੀ ਜੀ, ਬਿਲਕੁਲ ਚੀਨ ਨੂੰ ਇਸ ਚੀਜ਼ ਨੂੰ ਸਾਈਡ ਤੇ ਰੱਖਣਾ ਚਾਹੀਦਾ। ਪਰ ਜਿਹੜੀ ਇਸ ਤਰੀਕੇ ਦੀ, ਜਿੱਦਾਂ ਤੁਸੀਂ ਆਪ ਹੀ ਉਹਨਾਂ ਨੂੰ ਵੱਡੇ ਵੱਡੇ ਕੰਟਰੈਕਟ ਵੀ ਦੇ ਰਹੇ ਹੋ, ਕਰੋੜਾਂ ਦੇ ਅਰਬਾਂ ਦੇ ਸਰਕਾਰ ਦੇ ਵੇਲੇ ਵੀ ਕੰਟਰੈਕਟ ਹੁਣ ਵੀ ਮਿਲੇ ਆ, ਰੀਸੈਂਟਲੀ ਵੀ ਮਿਲੇ ਆ, ਹਾਂਜੀ ਜੀ ਜੀ ਜੀ, ਮਤਲਬ ਤੁਸੀਂ ਕਹਿ ਕੁਛ ਰਹੇ ਹੋ, ਕਰ ਕੁਛ ਰਹੇ ਹੋ, ਮਤਲਬ ਦਿਖਾ ਕੁਛ ਰਹੇ ਹੋ। ਚੀਨ ਦੀ ਬੇਰੁਖੀ ਕਾਰਨ ਚੀਨ 'ਚ 23,000 ਮੈਡੀਕਲ ਵਿਦਿਆਰਥੀ ਲੈ ਰਹੇ ਭਾਰਤੀ, ਉਹਨਾਂ ਦਾ ਤਾਂ ਫਿਰ ਵੀ ਫਿਊਚਰ ਖਤਰੇ 'ਚ ਨਹੀਂ। ਜਿਹੜਾ ਹੁਣ ਇੱਥੋਂ ਗਏ ਨੇ ਆਪਣੇ ਜਿਹੜਾ ਰੂਸ ਅਤੇ ਯੂਕਰੇਨ ਦੇ ਦਰਮਿਆਨ ਜਿਹੜੇ ਯੂਕਰੇਨ 'ਚ ਪੜ੍ਹਾਈ ਕਰ ਰਹੇ ਸੀ ਵਿਦਿਆਰਥੀ, ਉਹ ਵੀ ਤਾਂ ਸਬਰ ਦਾ ਘੁੱਟ ਭਰ ਕੇ ਬੈਠੇ ਆ। 23,000 ਦੇ ਬਦਲੇ ਮੈਡੀਕਲ ਵਿੱਦਿਆ ਦੀ, ਇਹਨਾਂ ਦੀ ਜਾਨ ਨੂੰ ਤਾਂ ਖਤਰਾ ਕੋਈ ਨਹੀਂ, ਇਹਨਾਂ ਦਾ ਕੋਈ ਫਿਊਚਰ ਦੇ ਖਤਰੇ 'ਚ ਹੈ ਨਹੀਂ। ਇਹ ਕਿਸੇ ਹੋਰ ਕੰਟਰੀ ਜਾ ਕੇ ਮੈਡੀਕਲ ਵਿੱਦਿਆ ਲੈ ਸਕਦੇ ਨੇ, ਚੀਨ ਨਾਲੋਂ ਸਸਤੇ ਹੋਰ ਵੀ ਦੇਸ਼ ਹੈਗੇ ਨੇ, ਉੱਥੇ ਮੈਡੀਕਲ ਵਿੱਦਿਆ ਲੈ ਸਕਦੇ ਨੇ। ਪਰ ਜਿਹੜਾ ਦੇਸ਼ ਦਾ ਬੜਾ ਵੱਡਾ ਹਿੱਸਾ ਮੱਲਿਆ ਜਾ ਰਿਹਾ, ਦਰਬਦਰ ਜਿਹੜਾ ਦਿਨ ਬ ਦਿਨ ਉਹ ਵੱਧਦਾ ਆ ਰਿਹਾ ਅੱਗੇ ਨੂੰ ਚਾਈਨਾ, ਉਹਦੇ ਬਦਲੇ ਤੇ ਮੈਂ ਨਹੀਂ ਸਮਝਦਾ ਕਿ 23,000 ਜਿਹੜੀ ਆ ਵਿਦਿਆਰਥੀਆਂ ਦੀ ਕੋਈ ਵੱਡੀ ਗੱਲ ਹੈਗੀ ਹੈ। ਪਰ ਦੇਸ਼ ਦੇ ਕਰੋੜਾਂ ਲੋਕਾਂ ਦਾ ਭਵਿੱਖ ਨਹੀਂ ਖਤਰੇ 'ਚ ਦੇਖ ਰਿਹਾ। ਅਰਬਾਂ ਦੀ ਜਾਇਦਾਦ ਜਿਹੜੀ ਨੱਬੀ ਆ ਰਿਹਾ ਉਹ ਨਹੀਂ ਦਿਖਾਈ ਦੇ ਰਿਹਾ। ਪਰ ਇਹਨਾਂ ਦਾ ਸਿਲਸਿਲਾ, ਇਹਨਾਂ ਦਾ ਵਪਾਰ ਤਾਂ ਚੱਲਦਾ ਪਿਆ। ਕਿਹੜਾ ਚਾਈਨਾ ਤੋਂ ਕਿਹੜੀ ਚੀਜ਼ ਰੁਕੀ ਆ ਭਾਰਤ ਵਿੱਚ, ਦੱਸੋ ਮੈਨੂੰ? ਕੋਈ ਨਹੀਂ ਰੁਕੀ, ਸਭ ਚੱਲ ਰਿਹਾ। ਫਿਰ ਮਤਲਬ ਕੋਈ ਰੁਕੀ ਹੈ ਚੀਜ਼? ਜਿਹੜੀ ਮਰਜ਼ੀ ਲੈ ਲਓ, ਜਿਹੜੀ ਮਰਜ਼ੀ ਤਿਆਰ ਕਰਵਾ ਲਓ, ਜਿਹੜੀ ਮਰਜ਼ੀ ਸ਼ਿਪਮੈਂਟ ਕਰਾ ਲਓ, ਤੁਸੀਂ ਉੱਥੇ ਇੰਡੀਵਿਜੂਅਲ ਤੌਰ ਤੇ ਤੁਸੀਂ ਕਰਵਾ ਲਓ ਚਾਈਨਾ ਦਾ ਗੇੜਾ ਲਾ ਕੇ ਆ ਕੇ। ਜਿਹੜੀ ਚਾਈਨਾ ਦੀ ਹੈਗੀ ਕਮਿਊਨਿਸਟ ਪਾਰਟੀ ਆਫ ਚਾਈਨਾ, ਕਮਿਊਨਿਸਟ ਪਾਰਟੀ ਜਿਹੜੀ ਚਾਈਨਾ ਵਾ, ਉਹ ਇੱਥੋਂ ਦੇ ਵਿਦਿਆਰਥੀਆਂ ਦੇ, ਸਾਡੇ ਭਾਰਤ ਦੇ ਨਾਗਰਿਕਾਂ ਦਾ ਚੰਗਾ ਵਿਹਾਰ ਨਹੀਂ ਕਰਦਾ ਜੀ। ਕਿਉਂ? ਅਸੀਂ ਉੱਥੇ ਕਮਿਊਨਿਸਟ ਰਹਿ ਨਹੀਂ ਦਿੱਤੇ। ਹਾਲੀ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਕਮਿਊਨਿਸਟਾਂ ਦਾ ਬੜਾ ਵੱਡਾ ਰੋਲ ਜੀ। ਬਾਹਰ ਦੀ ਜੰਗ ਲੜੀ ਸੀ, ਨਹਿਰੂ ਨੇ ਫਿਰ ਭੇਜੇ ਸੀ ਕਮਿਊਨਿਸਟ, ਜਾ ਕੇ ਤੁਸੀਂ ਚਾਈਨਾ ਜਾਓਗੇ, ਬੰਦ ਕਰਾ ਕੇ ਲੜਾਈ ਬੰਦ ਕਰ ਗਿਆ। ਅੱਛਾ, ਤੇ ਚਲੋ ਪੱਟੀ ਸਾਹਿਬ, ਬਹੁਤ ਵੱਡੀ ਤਾਦਾਦ ਦੇ ਵਿੱਚ ਚਾਈਨਾ ਦੇ ਖਿਲਾਫ ਬੋਲਣ ਵਾਲੇ ਜਿਹੜੇ ਕੁਝ ਲੋਕ ਨੇ, ਉਹ ਸਾਡੇ ਪੰਜਾਬ 'ਚ ਚਾਈਨਾ ਦੇ ਖਿਲਾਫ ਆਵਾਜ਼ ਘੱਟ ਆ, ਹਨਾ, ਬਾਹਰਲੇ ਸੂਬਿਆਂ ਦੇ ਵਿੱਚੋਂ। ਤੇ ਬੱਚੇ ਤੇ ਉਹਨਾਂ ਦੇ ਨਾ ਮੈਡੀਕਲ ਵਿਦਿਆਰਥੀ ਸਾਡੇ 2%, 1% ਹੋ। ਤੇ ਇਹਨਾਂ ਦਾ ਕੀ ਸਿਧਾਂਤ ਹੋਇਆ ਫਿਰ ਜਾ ਕੇ ਚਾਈਨਾ ਦੇ ਵਿੱਚ ਤੁਸੀਂ ਪੜ੍ਹਾਈ ਕਰਨ ਜਾ ਰਹੇ ਹੋ, ਉਸ ਦੇਸ਼ ਦੀ ਇਕੋਨਮੀ ਨੂੰ ਸਟਰੋਂਗ ਕਰਨ ਜਾ ਰਹੇ ਹੋ, ਉੱਥੇ ਤੁਸੀਂ ਪੜ੍ਹਾਈ ਲੈ ਕੇ ਤੇ ਮੈਡੀਕਲ ਸਿੱਖਿਆ ਲੈ ਕੇ ਤੇ ਤੁਸੀਂ ਦੇਸ਼ ਦਾ ਮਤਲਬ ਕਹਿ ਲਓ ਕਿ ਨਾਮ ਰੋਸ਼ਨ ਕਰਨਾ ਜਾਂ ਬਾਹਰ ਨਿਕਲਣਾ। ਕੀ ਗਰੰਟੀ ਆ ਕਿ ਇੰਡੀਆ ਦੇ ਵਿੱਚ ਇਲਾਜ ਕਰਨੇ ਉਹਨਾਂ ਨੇ? ਬਿਲਕੁਲ ਬਿਲਕੁਲ। ਕੀ ਗਰੰਟੀ ਆ ਕਿ ਚਾਈਨਾ ਦੇ ਵਿੱਚ ਮੈਡੀਕਲ ਜਿਹੜੀ ਸਰਟੀਫਿਕੇਟ ਲੈ ਕੇ ਡਾਕਟਰ ਬਣ ਕੇ ਭਾਰਤ ਵਿੱਚ ਹੀ ਇਹਨਾਂ ਨੇ ਇਲਾਜ ਕਰਨਾ? ਇਹ ਕਿਸੇ ਹੋਰ ਦੇਸ਼ ਨੂੰ ਰੁੱਖ ਕਰਨਗੇ? ਚਾਈਨਾ ਤੋਂ ਬਹੁਤ ਸਾਰੇ ਇੱਥੇ ਸਾਡੇ ਕੈਨੇਡਾ ਦੇ ਵਿੱਚ ਬੜੇ ਤਗੜੇ ਤਗੜੇ ਡਾਕਟਰ ਬੈਠੇ ਨੇ, ਅਮਰੀਕਾ ਦੇ ਵਿੱਚ ਬੜੇ ਤਗੜੇ ਤਗੜੇ ਡਾਕਟਰ ਬੈਠੇ ਨੇ, ਨਰਸਾਂ ਬੈਠੀਆਂ ਨੇ। ਇਸ ਚੀਜ਼ ਦੀ ਕੀ ਗਰੰਟੀ ਆ ਕਿ 23,000 ਦੇ ਬਦਲੇ ਤੁਸੀਂ ਜਿਹਨਾਂ ਨੂੰ ਮੈਡੀਕਲ ਵਿੱਦਿਆ ਲੈ ਰਹੇ ਵਿਦਿਆਰਥੀਆਂ ਦਾ ਭਵਿੱਖ ਖਤਰੇ 'ਚ, ਤੇ ਭਾਰਤ ਸਰਕਾਰ ਦਾ ਜਾਂ ਭਾਰਤ ਦਾ ਜਿਹੜਾ ਵਾ ਜਿਹੜਾ ਮਤਲਬ ਜਿੰਨੀ ਮਰਜ਼ੀ ਉਹ ਜ਼ਮੀਨ ਦੱਬੀ ਜਾਵੇ ਤੇ ਜੋ ਮਰਜ਼ੀ ਕਰੀ ਜਾਵੇ ਆਸੇ ਪਾਸੇ? ਹੈ ਜ਼ਮੀਨ 'ਚ ਮਤਲਬ ਜ਼ਰੂਰੀ ਗੱਲ ਜੀ। 15 ਜੂਨ 2020 ਨੂੰ ਸਾਡੇ, ਤੁਹਾਨੂੰ ਪਤਾ ਨਾ, 20 ਦਾ ਫੌਜੀ ਮਾਰਤੇ ਸੀ। ਹਾਂ, ਫਿਰ ਅਜੇ ਤੱਕ ਉਹਨਾਂ ਦੀ ਮਾਫੀ ਨਹੀਂ ਮੰਗੀ। ਜਿੰਨੀਆਂ ਮੀਟਿੰਗਾਂ ਹੋਈਆਂ ਉਹ ਸਾਰੀਆਂ ਬੇਸਿਕ ਰਹੀਆਂ। ਇਸ ਕਰਕੇ ਭਾਰਤ ਸਰਕਾਰ ਨੂੰ ਥੋੜਾ ਜਿਹੜੀ ਚੀਨ ਹੈਗੀ ਆ ਜਿਹੜੀ
कम्युनिस्ट पार्टी ऑफ चाइना ना सख्ती ਨਾਲ ਪੇਸ਼ ਹੋਣਾ ਪਊਗਾ। ਜੇ ਨਹੀਂ ਹੁੰਦੇ ਤੇ ਫਿਰ ਹੋਰ ਨੁਕਸਾਨ ਕਰਾਉਣਗੇ ਜੀ। ਗੱਲ ਇਹ ਆ ਕਿ ਮਤਲਬ ਠੀਕ ਆ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਸਮਾਂ ਲੱਗਣਾ ਸੀ, 10 ਮਿੰਟ ਆਪਣੇ ਕੋਲ ਸੀਗੇ, ਆਪਾਂ ਤਾਂ ਹੀ ਕਿਹਾ ਸੀ ਇਸ ਵਿਸ਼ੇ ਤੇ ਗੱਲ ਕਰ ਲਈਏ। ਪਰ ਇਸ ਵਿਸ਼ੇ ਦੇ ਵਿੱਚ ਜੇ ਸਟੂਡੈਂਟ ਜਾ ਰਹੇ ਨੇ ਉੱਥੇ, ਭਾਰਤੀ ਸਟੂਡੈਂਟ ਜਾ ਰਹੇ ਨੇ ਉੱਥੇ, ਐਜੂਕੇਸ਼ਨ ਲੈ ਰਹੇ ਨੇ ਉਹ। Reconnect. Yeah. So put me on air like this, okay? Okay, go. Yeah. ਜਿਹੜੇ ਬਾਕੀ ਨੇ ਤਾਂ ਤੁਹਾਡੇ ਲੈ ਲਈਏ ਦੋਨੋਂ ਵੀਰ, ਅਸੀਂ ਫੇਰ ਸਵੇਰੇ ਮਿਲਦੇ ਆ 9 ਵਜੇ ਤੋਂ ਲੈ ਕੇ 11 ਵਜੇ ਤੱਕ। ਤਕਲੀਫ ਹੋਈਆਂ ਭੁੱਲ ਚੁੱਕਾਂ ਦੀ ਮਾਫੀ। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ ਤੇ ਸੁਚੇਤ ਰਹੋ। ਰੱਬ ਰਾਖਾ। ਸਤਿ ਸ੍ਰੀ ਅਕਾਲ। ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।